Hello everyone, welcome back to Suksha ma'am ki classes. Hope you all are doing great and preparing for your term 1 examination. ਅੱਜ ਅਸੀਂ ਕਰਾਂਗੇ PSCB ਦੁਆਰਾ ਐਜੂਕੇਅਰ ਐਪ ਦੇ ਉੱਪਰ ਅਪਲੋਡਡ ਤੁਹਾਡਾ ਕਲਾਸ 7th ਦਾ ਇੰਗਲਿਸ਼ ਦਾ ਸੈਂਪਲ ਪੇਪਰ। ਮੈਂ ਸੈਂਪਲ ਪੇਪਰ ਤੁਹਾਡੇ ਲਈ ਸੋਲਵ ਕਰਾਂਗੀ। ਤੁਸੀਂ ਇਸ ਵੀਡੀਓ ਨੂੰ ਵੇਖਣਾ, ਸਮਝਣਾ ਕਿ ਕਿਹੜੇ ਸੈਕਸ਼ਨ ਵਿੱਚ ਕੀ ਪੁੱਛਿਆ ਜਾਏਗਾ ਤੇ ਉਹ ਕਿੰਨੇ ਮਾਰਕਸ ਕੈਰੀ ਕਰੇਗਾ। ਜੇ ਆਨਸਰ ਸਾਰੇ ਆਂਦੇ ਨੇ ਵੈਲ ਐਂਡ ਗੁੱਡ, ਜੇ ਕੋਈ ਮਿਸਟੇਕ ਹੋ ਰਹੀ ਹੈ ਜਾਂ ਕੋਈ ਆਨਸਰ ਨਹੀਂ ਆ ਰਿਹਾ ਹੈ ਤਾਂ ਉਸ ਸੈਕਸ਼ਨ ਨੂੰ ਤੁਸੀਂ ਫਿਰ ਤੋਂ prepare ਕਰੋ, ਰਿਵਾਈਜ਼ ਕਰੋ, ਲਰਨ ਕਰੋ। ਠੀਕ ਹੈ, with this let's start today's video. Total marks ਇਸ ਪੇਪਰ ਦੇ ਨੇ 40। General instructions ਤੁਹਾਡੇ ਸਾਹਮਣੇ ਨੇ। Number 1, the question paper carries 40 questions. ਇਹਦੇ ਵਿੱਚ 40 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। Each question consists of 1 mark each. ਹਰ ਕੁਐਸਚਨ ਦਾ 1 ਮਾਰਕ ਹੈ। All questions are compulsory. ਸਾਰੇ questions ਨੂੰ ਆਨਸਰ ਕਰਨਾ compulsory ਹੈ। No choice is given in any of the question. ਕਿਸੇ ਵੀ ਕੁਐਸਚਨ ਦੀ ਕੋਈ choice ਨਹੀਂ ਦਿੱਤੀ ਗਈ ਹੈ। That means ਕਿ ਹੁੰਦਾ ਸੀ ਨਾ ਪਹਿਲੇ ਕਿ 6 questions ਨੇ, ਤੁਹਾਨੂੰ 5 attempt ਕਰਨੇ ਨੇ, ਇਹੋ ਜਿਹਾ ਕੁਝ ਨਹੀਂ ਹੈ, ਸਾਰੇ compulsory ਹੈ। There is no negative marking. ਜੇ ਕੋਈ ਤੁਹਾਡਾ ਆਨਸਰ wrong ਵੀ ਹੋ ਜਾਂਦਾ ਹੈ ਤੁਹਾਨੂੰ ਉਹਦੇ ਨੈਗੇਟਿਵ ਮਾਰਕਸ ਨਹੀਂ ਮਿਲਣਗੇ। Now section A, reading skills. Read the passage and answer the questions that follows. ਹੁਣ ਤੁਹਾਡੇ ਅੱਗੇ ਪੈਸੇਜ ਹੈ, ਤੁਸੀਂ ਇਹਨੂੰ ਰੀਡ ਕਰਨਾ ਹੈ। ਉਸ ਤੋਂ ਬਾਅਦ ਤੁਹਾਨੂੰ 4 ਕੁਐਸਚਨਸ ਪੁੱਛੇ ਜਾਣਗੇ ਇਸੇ ਪੈਸੇਜ ਦੇ ਵਿੱਚੋਂ, ਤੁਸੀਂ ਉਹਨਾਂ ਨੂੰ ਆਨਸਰ ਕਰਨਾ ਹੈ। ਪਹਿਲੇ ਮੈਂ ਤੁਹਾਨੂੰ ਤੁਹਾਡਾ ਪੈਸੇਜ ਰੀਡ ਕਰਕੇ ਐਕਸਪਲੇਨ ਕਰ ਦਿੰਨੀ ਆ, then we are going to solve the questions. Once there was a miser who sold all his possessions and with the money he bought a great lump of gold. ਇੱਕ ਵਾਰ ਕੀ ਹੁੰਦਾ, ਇੱਕ ਮਾਈਜ਼ਰ ਹੁੰਦਾ ਹੈ। ਮਾਈਜ਼ਰ ਨੂੰ ਪੰਜਾਬੀ ਚ ਕਹਿੰਦੇ ਆ ਕੰਜੂਸ। ਤੇ ਕੰਜੂਸ ਬੰਦਾ ਹੁੰਦਾ ਹੈ, ਉਹਨੇ ਆਪਣੀ ਸਾਰੀ ਪੋਜੈਸ਼ਨ ਮਤਲਬ ਕਿ ਜਿਹੜੀ ਵੀ ਉਹਦੀ ਜਮਾ ਪੂੰਜੀ ਸੀਗੀ ਘਰ ਦੇ ਰੂਪ ਵਿੱਚ ਫਿਜ਼ੀਕਲੀ, ਉਹਨੇ ਉਹ ਕੀ ਕੀਤਾ, ਉਹ ਸਭ ਕੁਝ ਵੇਚਤਾ। ਤੇ ਉਸ ਵੇਚਣ ਤੋਂ ਬਾਅਦ ਜੋ ਉਹਨੂੰ ਪੈਸੇ ਮਿਲੇ ਸਨ, ਉਸ ਪੈਸੇ ਤੋਂ ਉਹਨੇ ਬਹੁਤ ਸਾਰਾ ਸੋਨਾ ਖਰੀਦ ਲਿਆ। He dug a deep hole at the edge of the garden and there he buried his gold. ਉਹਨੇ ਗਾਰਡਨ ਦੀ ਐਜ ਤੇ ਮਤਲਬ ਕਿ ਨੁੱਕਰ ਤੇ ਕੀ ਕੀਤਾ, ਇੱਕ ਬੜਾ ਹੀ ਡੀਪ ਡੂੰਗਾ ਉਹਨੇ ਖੱਡਾ ਖੋਦਿਆ ਤੇ ਉਹਦੇ ਵਿੱਚ ਆਪਣਾ ਸਾਰਾ ਸੋਨਾ ਉਹਨੇ ਬਰੀ ਕਰਤਾ, ਦਬਾਤਾ। Once a day thereafter the miser would go to the garden, dig up his gold and embrace it lovingly. ਫਿਰ ਕੀ ਹੋਇਆ, ਉਸ ਤੋਂ ਬਾਅਦ ਮਾਈਜ਼ਰ ਕੀ ਕਰਦਾ ਸੀ, ਕੰਜੂਸ ਕੀ ਕਰਦਾ ਸੀ, ਰੋਜ਼ ਦਿਨ 'ਚ ਇੱਕ ਵਾਰ ਉਸੀ ਖੱਡੇ ਦੇ ਕੋਲ ਜਾਂਦਾ ਜਿੱਥੇ ਉਹਨੇ ਆਪਣਾ ਸੋਨਾ ਦੱਬਿਆ ਹੋਇਆ ਸੀ। ਉਸ ਖੱਡੇ ਨੂੰ ਖੋਦ ਕੇ ਸੋਨੇ ਨੂੰ ਬਾਹਰ ਨਿਕਾਲਦਾ, ਉਹਨੂੰ ਨਿਹਾਰਦਾ, ਪਿਆਰ ਕਰਦਾ ਤੇ ਵਾਪਸ ਖੱਡੇ 'ਚ ਪਾ ਦਿੰਦਾ। One of the miser's workmen wondered why his master spent so much time in the garden. ਹੁਣ ਉਸ ਕੰਜੂਸ ਦਾ ਜੋ ਵਰਕਮੈਨ ਸੀ, ਉਹਦਾ ਕੋਈ ਨੌਕਰ ਸੀ ਜੋ ਉਹਦੇ ਅੰਡਰ ਕੰਮ ਕਰਦਾ ਸੀ, ਉਹਨੇ ਸੋਚਿਆ, ਉਹ ਹੈਰਾਨ ਸੀ ਕਿ ਉਹਦਾ ਜੋ ਮਾਸਟਰ ਹੈ, ਮਾਲਿਕ ਹੈ, ਉਹ ਰੋਜ਼ ਗਾਰਡਨ 'ਚ ਇੰਨਾ ਟਾਈਮ ਕਿਉਂ ਸਪੈਂਡ ਕਰਦਾ ਹੈ। One day he hid behind a tree and soon discovered the secret of the hidden treasure. ਇੱਕ ਦਿਨ ਕੀ ਕਰਦਾ ਉਹ ਵਰਕਮੈਨ ਜੋ ਨੌਕਰ ਹੈ, ਉਹ ਪੇੜ ਦੇ ਪਿੱਛੇ ਲੁਕ ਜਾਂਦਾ ਹੈ ਤੇ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਜੋ ਹਿਡਨ ਟ੍ਰੈਜਰ ਦਾ ਜੋ ਸੀਕ੍ਰੇਟ ਸੀਗਾ ਉਹ ਉਹਨੂੰ ਪਤਾ ਚੱਲ ਜਾਂਦਾ ਹੈ। That night when the miser was fast asleep, the workman crept into the garden and stole the lump of gold. ਫਿਰ ਉਸ ਰਾਤ ਜਦੋਂ ਮਾਈਜ਼ਰ ਆਪਣੀ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ, ਵਰਕਮੈਨ ਉੱਠਿਆ, ਗਾਰਡਨ 'ਚ ਗਿਆ ਤੇ ਉਹਨੇ ਉਹ ਸਾਰਾ ਸੋਨਾ ਚੋਰੀ ਕਰ ਲਿਆ। When the miser found that his gold was gone, he pulled his hair and cried aloud in despair. ਹੁਣ ਜਿਵੇਂ ਮਾਈਜ਼ਰ ਨੂੰ ਪਤਾ ਲੱਗਾ ਕਿ ਉਹਦਾ ਸਾਰਾ ਸੋਨਾ ਚੋਰੀ ਹੋ ਗਿਆ ਹੈ, ਉਹਨੇ ਰੋਣਾ ਪਿੱਟਣਾ ਸ਼ੁਰੂ ਕਰਤਾ, ਆਪਣੇ ਵਾਲ ਖਿੱਚਣੇ ਸ਼ੁਰੂ ਕਰਤੇ ਤੇ ਦੁਖੀ ਹੋ ਕੇ ਉਹਨੇ ਚਿল্ਲਾਣਾ ਸ਼ੁਰੂ ਕਰਤਾ ਦੁੱਖ ਦੇ ਵਿੱਚ। A neighbor came running to see what the matter was and the grief-stricken miser told him what happened. ਹੁਣ ਉਹਦੀ ਚੀਕਣਾ ਚਿल्लाहट ਸੁਣ ਕੇ ਉਹਦਾ ਇੱਕ ਨੇਬਰ ਭੱਜਿਆ ਆਇਆ ਪੁੱਛਣ ਲਈ ਕਿ ਕੀ ਹੋਇਆ।
ਤੇ ਉਹ ਦੁੱਖ ਨਾਲ ਪੀੜਿਤ ਜੋ ਬੰਦਾ ਸੀ ਮਾਈਜ਼ਰ ਸੀ ਉਹਨੇ ਸਭ ਕੁਝ ਦੱਸਿਆ ਕਿ ਐਕਚੁਅਲੀ ਚ ਹੋਇਆ ਕੀ ਸੀ। Then the neighbor said, Please stop weeping. Neighbor ਨੇ ਕਿਹਾ ਕਿ ਤੂੰ ਰੋਣਾ ਬੰਦ ਕਰ। Go and find a stone. ਜਾ ਕੇ ਇੱਕ ਪੱਥਰ ਲੱਭ। Place the stone in the hole. ਉਸ ਪੱਥਰ ਨੂੰ ਹੋਲ ਦੇ ਵਿੱਚ ਵਾਪਸ ਪਾ ਦੇ। And imagine that it is your lump of gold. ਤੇ imagine ਕਰ ਕਿ ਤੇਰਾ ਇਹ ਸੋਨੇ ਦਾ lump ਹੈ। The stone will serve you purpose because you never meant to use the gold anyway. ਉਹ ਉਹਨੂੰ ਟੌਂਟ ਮਾਰਦੇ ਹੋਏ ਕਹਿੰਦਾ ਹੈ ਕਿ ਭਾਵੇਂ ਤੂੰ ਸਟੋਨ ਵੀ ਰੱਖ ਦੇਗਾ ਤੈਨੂੰ ਤਸੱਲੀ ਹੋ ਜਾਏਗੀ ਕਿ ਤੇਰਾ ਸੋਨਾ ਹੀ ਪਿਆ ਹੈ ਕਿਉਂਕਿ ਤੇਰਾ ਕੋਈ ਇਰਾਦਾ ਤੇ ਸੀਗਾ ਨਹੀਂ ਉਸ ਸੋਨੇ ਨੂੰ ਯੂਜ਼ ਕਰਨ ਦਾ ਕਿ ਤੂੰ ਇੰਨਾ ਕੰਜੂਸ ਹੈ ਕਿ ਸੋਨੇ ਨੂੰ ਵੀ ਤੂੰ ਯੂਜ਼ ਤੇ ਕਰਨਾ ਹੀ ਨਹੀਂ ਸੀਗਾ। To a miser, what he has is of no more use than what he doesn't have. ਹੁਣ ਜੋ ਮਾਈਜ਼ਰ ਹੈ ਕੰਜੂਸ ਹੈ ਉਹਦੇ ਕੋਲ ਜੋ ਹੁੰਦਾ ਵੀ ਹੈ ਉਹਦਾ ਵੀ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਮਤਲਬ ਕਿ ਜੋ ਨਹੀਂ ਹੈ ਉਹਨੂੰ ਤੇ ਭੁੱਲ ਹੀ ਜਾਓ। ਕੰਜੂਸ ਬੰਦਾ ਜੋ ਚੀਜ਼ ਕੋਲ ਹੁੰਦੀ ਹੈ ਉਹਨੂੰ ਵੀ ਯੂਜ਼ ਨਹੀਂ ਕਰਦਾ ਉਹਨੂੰ ਬਸ ਸਭ ਕੁਝ ਬਚਾਉਣਾ ਹੀ ਹੈ ਸੇਵ ਹੀ ਕਰਨਾ ਹੈ। ਆਈ ਹੋਪ ਤੁਹਾਨੂੰ ਪੈਸੇਜ ਸਮਝ ਲੱਗ ਗਿਆ ਹੋਵੇਗਾ। ਲੈਟਸ ਸੋਲਵ ਦੀ ਕੁਐਸਚਨ ਹਾਊ ਡਿਡ ਦ ਮਾਈਜ਼ਰ ਗੈਟ ਦ ਲੰਪ ਆਫ ਗੋਲਡ। ਹੁਣ ਕੰਜੂਸ ਨੇ ਸੋਨਾ ਕਿਵੇਂ ਖਰੀਦਿਆ ਸੀ। ਆਪਸ਼ਨ ਏ ਬਾਈ ਸੈਲਿੰਗ ਆਲ ਹੀ ਹੈਡ ਕਿ ਜੋ ਵੀ ਉਹਦੇ ਕੋਲ ਸੀਗਾ ਉਹਨੇ ਉਹ ਸਭ ਕੁਝ ਵੇਚਤਾ। Why did the miser spend so much time in the garden? ਹੁਣ ਜੋ ਮਾਈਜ਼ਰ ਸੀ ਉਹ ਆਪਣੇ ਗਾਰਡਨ ਵਿੱਚ ਇੰਨਾ ਟਾਈਮ ਕਿਉਂ ਬਤੀਤ ਕਰਦਾ ਸੀ। ਆਪਸ਼ਨ ਸੀ to keep an eye on his hidden treasure ਆਪਣੇ ਲੁਕੇ ਹੋਏ ਖਜ਼ਾਨੇ ਤੇ ਨਜ਼ਰ ਰੱਖਣ ਲਈ। By whom was the gold stolen? ਕਿੰਨੇ ਚੋਰੀ ਕਰ ਲਿਆ ਸੀ ਗੋਲਡ। ਆਪਸ਼ਨ ਸੀ the miser's workman. The neighbor advised the miser to put a stone in the hole because ਹੁਣ ਗੁਆਂਢੀ ਨੇ ਉਹਨੂੰ ਸਲਾਹ ਦਿੱਤੀ ਸੀ ਕਿ ਇੱਥੇ ਸਟੋਨ ਹੀ ਰੱਖ ਦੇ ਕਿਉਂ ਕਿਉਂਕਿ the miser had never used the gold ਕਿ ਉਹਦੇ ਅਕੋਰਡਿੰਗਲੀ ਜੋ ਕੰਜੂਸ ਸੀਗਾ ਉਹਨੇ ਕਦੇ ਵੀ ਆਪਣਾ ਸੋਨਾ ਯੂਜ਼ ਨਹੀਂ ਕਰਨਾ ਸੀ। Now next read the dialogue and answer the questions that follows। ਫਿਰ ਹੁਣ dialogue comprehension ਆ ਗਈ ਹੈ ਇਹਦੇ ਵੀ 4 questions ਹੋਣਗੇ ਤੁਹਾਨੂੰ ਆਨਸਰ ਕਰਨੇ ਨੇ। ਬੱਚਿਓ ਡਾਇਲੌਗ ਕੰਪਰੀਹੈਂਸ਼ਨ ਕੀ ਹੁੰਦੀ ਹੈ ਜਦੋਂ ਦੋ ਬੰਦੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਤੇ ਉਸ ਕਨਵਰਸੇਸ਼ਨ ਨੂੰ ਅਸੀਂ ਕੰਪਰੀਹੈਂਸ਼ਨ ਦਾ ਰੋਲ ਕਰ ਦਈਏ ਜਾਂ ਕੰਪਰੀਹੈਂਸ਼ਨ ਦਾ ਫਾਰਮ ਦੇ ਦਈਏ ਤਾਂ ਉਹਨੂੰ ਅਸੀਂ ਡਾਇਲੌਗ ਕੰਪਰੀਹੈਂਸ਼ਨ ਕਰਨੇ ਹਾਂ। ਹੁਣ ਜੋ ਕਨਵਰਸੇਸ਼ਨ ਹੋਈ ਹੈ ਦ੍ਰਿਸ਼ਟੀ ਤੇ ਹਾਰਦਿਕ ਦੇ ਵਿੱਚ ਹੋਈ ਹੈ। ਲੈਟਸ ਰੀਡ ਕੀ ਗੱਲ ਹੋਈ। ਗੁੱਡ ਮਾਰਨਿੰਗ ਹਾਰਦਿਕ ਹਾਊ ਆਰ ਯੂ। ਉਹ ਕਹਿੰਦੀ ਹੈ ਉਹਨੂੰ ਵਿਸ਼ ਕਰਦੀ ਹੈ ਗੁੱਡ ਮਾਰਨਿੰਗ ਤੇ ਪੁੱਛਦੀ ਹੈ ਕਿ ਹਾਰਦਿਕ ਤੇਰਾ ਕੀ ਹਾਲ ਹੈ। ਹਾਰਦਿਕ ਗੁੱਡ ਮਾਰਨਿੰਗ ਆਈ ਐਮ ਆਲ ਰਾਈਟ ਬਟ ਇਟਸ ਟੂ ਹੌਟ ਓ ਇਟਸ ਸਿੰਪਲੀ ਟੈਰੇਬਲ। ਉਹ ਕਹਿੰਦਾ ਗੁੱਡ ਮਾਰਨਿੰਗ ਮੈਂ ਤਾਂ ਠੀਕ ਹਾਂ ਬਟ ਇੰਨੀ ਗਰਮੀ ਹੈ ਬਹੁਤ ਹੀ ਜ਼ਿਆਦਾ ਗਰਮੀ ਹੈ ਬਹੁਤ ਹੀ ਬੁਰਾ ਹਾਲ ਹੈ ਐਕਸਪਲੇਨ ਕਰ ਰਿਹਾ ਹੋ। ਦ੍ਰਿਸ਼ਟੀ ਕਹਿੰਦੀ ਹੈ ਟਰੂ ਕਿ ਸੱਚ ਕਹਿ ਰਿਹਾ ਹੈ I am not able to do any work ਮੈਂ ਕੋਈ ਵੀ ਕੰਮ ਨਹੀਂ ਕਰ ਪਾ ਰਹੀ ਹਾਂ। It is so close that I can hardly breathe ਕਿ ਇੰਨਾ ਕੁਛ ਹੋ ਇੰਨੀ ਗਰਮੀ ਹੈ ਕਿ ਮੈਂ ਬਹੁਤ ਮੁਸ਼ਕਿਲ ਨਾਲ breathe ਕਰ ਪਾ ਰਹੀ ਹਾਂ। Hardik, even after using the fan whole day, I felt restless. When would the monsoon break? ਕਿ ਪੱਖਾ ਚਲਾਉਣ ਦੇ ਬਾਵਜੂਦ ਵੀ ਇੰਨੀ ਗਰਮੀ ਲੱਗ ਰਹੀ ਹੈ ਮੈਨੂੰ ਰੈਸਟਲੈਸ ਜਿਹਾ ਫੀਲ ਹੋ ਰਿਹਾ ਹੈ ਪਤਾ ਨਹੀਂ ਜਿਹੜਾ ਮੌਨਸੂਨ ਹੈ ਕਦੋਂ ਆਏਗਾ। ਦ੍ਰਿਸ਼ਟੀ there are no signs of it yet in Delhi but I have just read in today's paper that it has reached Mumbai and that there was a shower। ਦ੍ਰਿਸ਼ਟੀ ਕਹਿੰਦੀ ਹੈ ਕਿ ਦਿੱਲੀ ਵਿੱਚ ਤੇ ਹਜੇ ਕੋਈ ਸਾਈਨ ਨਹੀਂ ਹੈ ਮੌਨਸੂਨ ਦਾ ਬਟ ਮੈਂ ਅੱਜ ਦੇ ਨਿਊਜ਼ਪੇਪਰ 'ਚ ਪੜ੍ਹਿਆ ਸੀ ਕਿ ਜੋ ਮੌਨਸੂਨ ਹੈ ਮੁੰਬਈ ਤੱਕ ਪਹੁੰਚ ਗਿਆ ਹੈ ਤੇ ਅੱਜ ਉੱਥੇ ਕੀ ਹੋਇਆ ਸੀ ਸ਼ਾਰ ਹੋਈ ਸੀ ਬਾਰਿਸ਼ ਹੋਈ ਸੀ। Hardik, it will take some days to reach here and till then we must tolerate the heat somehow। ਹਾਰਦਿਕ ਕਹਿੰਦਾ ਹੈ ਕਿ ਉਹਨੂੰ ਦਿੱਲੀ ਤੱਕ ਆਉਣ 'ਚ ਕੁਝ ਦਿਨ ਲੱਗਣੇ ਨੇ ਤਦ ਤੱਕ ਸਾਨੂੰ ਇਹ ਗਰਮੀ ਨੂੰ ਟੋਲਰੇਟ ਕਰਨਾ ਪਏਗਾ ਬਰਦਾਸ਼ਤ ਕਰਨਾ ਪਏਗਾ somehow ਕਿਸੇ ਵੀ ਤਰ੍ਹਾਂ। Drishti, exactly. We have to take care of our health and improve eating habits. We should use the things which prevent us from heat। ਉਹ ਕਹਿੰਦੀ ਹੈ ਬਿਲਕੁਲ ਸਹੀ ਕਿਹਾ ਸਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਤੇ ਅਸੀਂ ਕੀ ਖਾਂਦੇ ਹਾਂ ਉਹਦਾ ਵੀ ਧਿਆਨ ਰੱਖਣਾ ਹੈ। ਅਪਾਰਟ ਫਰੋਮ ਦੈਟ ਸਾਨੂੰ ਉਹ ਚੀਜ਼ਾਂ ਯੂਜ਼ ਕਰਨੀ ਚਾਹੀਦੀਆਂ ਨੇ ਜੋ ਸਾਡੇ ਵਿੱਚ ਅੰਦਰ ਗਰਮੀ ਹੋਣ ਤੋਂ ਸਾਨੂੰ ਬਚਾਏਗੀ। Hardik, absolutely. We should drink plenty of water to avoid dehydration and carry umbrella and water bottle to avoid heat।
ਉਹ ਕਹਿੰਦਾ ਹੈ ਬਿਲਕੁਲ ਸਹੀ ਗੱਲ ਹੈ, ਸਾਨੂੰ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਸਾਡੀ ਬੋਡੀ ਹਾਈਡਰੇਟਿਡ ਰਹੇ ਤੇ ਬਾਹਰ ਜਾਈਏ ਤਾਂ ਅੰਬ੍ਰੇਲਾ ਤੇ ਵਾਟਰ ਬੋਟਲ ਨੂੰ ਕੈਰੀ ਕਰੀਏ ਤੇ ਹੀਟ ਨੂੰ ਅਸੀਂ ਅਵੋਇਡ ਕਰ ਸਕੀਏ। ਦ੍ਰਿਸ਼ਟੀ, that's right, we must pray for the early arrival of the monsoon। ਐਂਡ ਚ ਦ੍ਰਿਸ਼ਟੀ ਕਹਿੰਦੀ ਹੈ ਕਿ ਬਿਲਕੁਲ ਸਹੀ, ਸਾਨੂੰ ਦੁਆ ਕਰਨੀ ਚਾਹੀਦੀ ਹੈ ਕਿ ਇਸ ਵਾਰ ਮੌਨਸੂਨ ਜਲਦੀ ਆ ਜਾਏ। Now let's solve the question. What is the conversation about? Option B, hot weather. Who felt restless even after using the fan whole day? Option A, Hardik. What has reached Mumbai? Option D, sorry, monsoon. What should be done to avoid heat? Option D, all of the above. Improve eating habits, drink plenty of water, carry umbrella। Now next section B ਆ ਗਿਆ ਬੱਚਿਓ, ਇਹਦੇ ਵਿੱਚ ਲਿਟਰੇਚਰ ਪਾਰਟ ਆਏਗੀ, ਤੁਹਾਡੀ ਬੁੱਕਸ ਵਿੱਚੋਂ ਕੁਐਸਚਨਸ ਪੁੱਛੇ ਜਾਣਗੇ ਜੋ MCQ ਫਾਰਮੈਟ 'ਚ ਹੋਣਗੇ, ਮਲਟੀਪਲ ਚੋਇਸ ਕੁਐਸਚਨਸ ਹੋਣਗੇ। ਕੁਐਸਚਨ ਨੰਬਰ 9, who did the farmer buy the well from? ਹੁਣ ਫਾਰਮਰ ਨੇ ਔਰ ਕੂਆ ਕਿੱਥੋਂ ਖਰੀਦਿਆ ਸੀ, ਕਿਹਦੇ ਕੋਲੋਂ ਖਰੀਦਿਆ ਸੀ? Option D, his neighbor। How much money did Akbar agree to pay to the Brahmin? ਅਕਬਰ ਨੇ ਬ੍ਰਾਹਮਣ ਨੂੰ ਕਿੰਨੇ ਪੈਸੇ ਪੇ ਕਰਨ ਲਈ ਐਗਰੀ ਕਰਤਾ ਸੀ, ਸਹਿਮਤੀ ਦੇਤੀ ਸੀ? Option B, 2000 gold coins। What was the boy selling? ਹੁਣ ਤੁਹਾਡੇ ਚੈਪਟਰ A Glass of Milk ਵਿੱਚ ਮੁੰਡਾ ਕੀ ਵੇਚ ਰਿਹਾ ਸੀ? Option A, books। What was written on the bill of the hospital? ਤੁਹਾਡੇ ਚੈਪਟਰ A Glass of Milk ਦੇ ਵਿੱਚ ਜੋ ਹਸਪੀਟਲ ਦਾ ਬਿੱਲ ਸੀ ਉਹਦੇ ਉੱਪਰ ਕੀ ਲਿਖਿਆ ਹੋਇਆ ਸੀ? Option B, paid in full years ago with a glass of milk। Who was the first Indian to climb Everest? Mount Everest ਨੂੰ climb ਕਰਨ ਵਾਲਾ ਪਹਿਲਾ ਇੰਡੀਅਨ ਕਿਹੜਾ ਸੀ? Option D, Captain Avtar Singh Chima। What is the oxygen starved area of the mountains called? ਹੁਣ ਮਾਊਂਟੇਨ ਦੇ ਵਿੱਚ ਜਿਸ ਏਰੀਆ ਵਿੱਚ ਆਕਸੀਜਨ ਦੀ ਕਮੀ ਰਹਿੰਦੀ ਹੈ, ਆਕਸੀਜਨ ਨਹੀਂ ਆਉਂਦੀ ਹੈ ਪ੍ਰੋਪਰਲੀ, ਉਸ ਏਰੀਆ ਨੂੰ ਕੀ ਕਿਹਾ ਜਾਂਦਾ ਹੈ? Option B, death zone। What is the meaning of the word pleaded? Pleaded word ਦਾ ਕੀ meaning ਹੈ? Option A, ਬੇਨਤੀ ਕਰਨਾ, ਬੇਨਤੀ ਕੀਤੀ। What is the meaning of the word precious? Precious word ਦਾ meaning ਕੀ ਹੈ? Option B, ਕੀਮਤੀ। Who said these words to whom? ਕਿੰਨੇ ਕਿਹਨੂੰ ਕਿਹਾ? O Brahmin, you have cheated me। ਕਿ ਉਹ ਬ੍ਰਾਹਮਣ ਤੂੰ ਮੈਨੂੰ ਧੋਖਾ ਦਿੱਤਾ ਹੈ, ਕਿਹਾ ਸੀ? Option D, ਅਕਬਰ ਨੇ। Who said these words to whom? Again ਉਹੀ ਕਿੰਨੇ ਕਿਹਨੂੰ ਕਿਹਾ? Your Majesty, it is impossible to get the warmth from the lights glowing so far away। ਇਹ words ਕਿੰਨੇ ਕਹੇ ਸੀ? words ਦਾ meaning ਹੈ ਕਿ Your Majesty, ਇਹ impossible ਹੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਇੰਨੀ ਦੂਰੋਂ ਲਾਈਟਾਂ ਦੇ ਗਲੋ ਤੋਂ ਕਿਸੇ ਨੂੰ ਕੀ ਮਿਲ ਜਾਏ? ਗਰਮੀ ਮਿਲ ਜਾਏ। ਇਹ ਕਿਹਾ ਸੀ? Option D, ਬੀਰਬਲ ਨੇ। Next, read the given lines and answer the questions। Again ਤੁਹਾਨੂੰ lines ਦਿੱਤੀਆਂ ਗਈਆਂ ਨੇ, ਇਹਨੂੰ read ਕਰੋ ਤੇ questions ਨੂੰ answer ਕਰੋ। Through days and darkness, through dusk and dawns। ਤੁਹਾਡੀ poem ਹੈ train। ਹੁਣ ਇਨ ਦੋ ਲਾਈਨਾਂ ਦੇ ਵਿੱਚੋਂ ਹੀ questions ਨੇ ਦੋ, ਇਹਨਾਂ ਨੂੰ answer ਕਰੋ। What do the above line refer to? ਹੁਣ ਜੋ above line ਜੋ ਸੀਗੀਆਂ ਦੋ, ਇਹ ਕਿਹਨੂੰ refer ਕਰ ਰਹੀਆਂ ਨੇ? Option B, constant working of the trains, ਕਿ trains ਕਿਵੇਂ ਲਗਾਤਾਰ ਕੰਮ ਕਰਦੀਆਂ ਨੇ। What do the day and darkness and dusk and dawn in these lines tell the readers? ਹੁਣ ਜੋ ਪੜ੍ਹ ਰਹੇ ਨੇ ਲੋਕੀ, ਉਹਨਾਂ ਨੂੰ ਇਹ ਚਾਰ words days and darkness, day and darkness, dusk and dawn ਤੋਂ ਕੀ ਸਮਝ ਆ ਰਿਹਾ ਹੈ, ਜਾਂ ਇਹ ਲਾਈਨਸ ਉਹਨਾਂ ਨੂੰ ਕੀ ਦੱਸਣਾ ਚਾਹ ਰਹੀਆਂ ਨੇ? Option C, journey of the trains, ਕਿ trains ਦੀ ਜਰਨੀ ਕਿਵੇਂ ਹੁੰਦੀ ਹੈ, ਕਿ ਉਹ ਦਿਨ ਰਾਤ ਸੁਬਹ ਸ਼ਾਮ ਟਰੈਵਲ ਹੀ ਜਰਨੀ ਹੀ ਕਰਦੀਆਂ ਰਹਿੰਦੀਆਂ ਨੇ। The hunter went on a journey to find some dash। ਤੁਹਾਡਾ ਚੈਪਟਰ, ਤੁਹਾਡਾ ਪੋਮ ਹੈ The Hunter and the Deer। ਉਹਦੇ ਵਿੱਚ ਹੰਟਰ ਕਿਸ ਚੀਜ਼ ਲਈ ਆਂਦਾ ਹੈ? Option A, deer ਦੇ ਮੀਟ ਦੇ ਲਈ। Option A, deer meat। Next is the poet thought that the buck was begging for dash। ਹੁਣ poet ਨੇ ਸੋਚਿਆ ਸੀ ਜੋ buck ਹੈ ਜਿਹਨੂੰ ਅਸੀਂ he deer ਕਹਿੰਦੇ ਨੇ, ਉਹ ਕਿਹਦੇ ਲਈ beg ਕਰ ਰਿਹਾ ਹੈ? Option B, his own life, ਕਿ ਉਹ ਆਪਣੀ life ਲਈ beg
कर रहा है कि ओनू ना मारे। 23rd, insert instead of in the following sentence wherever needed। ਹੁਣ ਥੱਲੇ ਇੱਕ sentence ਲਿਖਿਆ ਹੋਇਆ ਹੈ, ਤੁਹਾਨੂੰ ਉਹਦੇ ਵਿੱਚ instead of ਦੀ ਜਗ੍ਹਾ insert ਕਰਨਾ ਹੈ, ਉਹਨੂੰ ਉਹਦੇ ਵਿੱਚ ਪਾਣਾ ਹੈ। sentence ਹੈ I wore blue socks red, ਕਿ ਮੈਂ blue socks wear ਕੀਤੀਆਂ red। ਹੁਣ ਇੱਥੇ ਜੇ ਅਸੀਂ ਪੰਜਾਬੀ 'ਚ ਗੱਲ ਕਰਦੇ ਹਾਂ, ਮੈਂ ਲਾਲ ਦੇ ਬਜਾਏ blue socks wear ਕੀਤੀ, ਠੀਕ ਹੈ। ਹੁਣ ਕੀ ਬਣੇਗਾ? ऑप्शन डी बनेगा I wore blue socks instead of red। Which suffix is used in the word disappointed? Disappointed ਵਿੱਚ ਕਿਹੜਾ suffix use ਕੀਤਾ ਹੋਇਆ ਹੈ? Suffix means ਕਿ ਜਦੋਂ ਤੁਸੀਂ ਕਿਸੇ word ਦੇ end ਦੇ ਵਿੱਚ 2 alphabets ਜਾਂ 3 alphabets add ਕਰਕੇ ਨਵਾਂ word ਬਣਾ ਦਿੰਦੇ ਹੋ। ਸੋ ਇੱਥੇ ਆਏਗਾ ed। disappoint ਇੱਕ word ਹੈ, ਉਹਦੇ ਪਿੱਛੇ ed ਲਾਇਆ, disappointed ਬਣ ਗਿਆ। option B ਤੁਹਾਡਾ ਆਨਸਰ ਹੈ। Section C which grammar and writing आएगी। Choose the correct translation of the following sentences। English sentence ਦਿੱਤੇ ਨੇ, ਪੰਜਾਬੀ ਚ translate ਕਰੋ। I am proud of you। ਮੈਨੂੰ ਤੁਹਾਡੇ ਤੇ ਮਾਣ ਹੈ। Option A। My mother cooked food। ਮੇਰੀ ਮਾਂ ਨੇ ਖਾਣਾ ਪਕਾਇਆ। Option D। ਕੀ ਰਾਮ ਨਿਸ਼ੀ ਦੀ ਮਦਦ ਕਰ ਰਿਹਾ ਹੈ? Is Ram helping Nishi? Option B। ਉਸਨੂੰ ਬੋਲਣ ਦਿਓ। Option C let him speak। Tell the abstract noun in the given sentence। abstract noun ਕੀ ਹੁੰਦਾ ਹੈ? ਜੋ feeling ਹੁੰਦੀ ਹੈ, ਜਿਹਨੂੰ ਤੁਸੀਂ touch ਨਹੀਂ ਕਰ ਸਕਦੇ ਹੋ, ਵੇਖ ਨਹੀਂ ਸਕਦੇ ਹੋ। I have full trust in my maid। Option B trust is abstract noun। ਇਹ ਤੁਹਾਡੇ ਇੱਕ ਤਰ੍ਹਾਂ ਦੇ emotions ਨੇ। Fill in the blanks with suitable conjunctions। I am feeling sleepy dash I am very tired। Because I am very tired। Option C। Fill in the blanks with suitable adverbs। When do you dash go to vacation every year? When do you usually, ਤੁਸੀਂ ਆਮ ਤੌਰ ਤੇ ਹਰ ਸਾਲ vacation ਤੇ ਕਦੋਂ ਜਾਂਦੇ ਹੋ? Fill in the blanks with appropriate degree of adjective। adjective ਦੀ degree ਲਾਣੀ ਹੈ ਜੋ well suit ਕਰੇਗੀ ਤੁਹਾਡੇ filling the blanks ਦੇ ਵਿੱਚ। The white dog was the dash of the whole। the ਲੱਗਿਆ ਹੋਇਆ ਹੈ, ਇਤੋਂ ਇਹਦਾ ਮਤਲਬ ਹੈ ਕਿ superlative degree ਆਏਗੀ। Option C greediest। ਜੇ than ਲੱਗਿਆ ਹੁੰਦਾ ਤੇ second ਆਂਦੀ। Choose the correct degree of comparison in the following sentence। That is the small umbrella I have ever seen। small ਦੀ ਜਗ੍ਹਾ ਕੀ ਆਏਗਾ? Again ਦੇਖੋ the ਲੱਗਿਆ ਹੋਇਆ ਹੈ। So option C smallest superlative degree। Fill in the blanks with suitable determiner। There is a bus dash 2 hours। There is a bus every 2 hours। ਹਰ 2 ਘੰਟੇ ਚ ਇੱਥੇ ਬੱਸ ਹੁੰਦੀ ਹੈ। Fill in the blanks with suitable pronoun। pronoun ਲਾਣੇ ਨੇ। pronoun ਕੀ ਹੁੰਦੇ ਨੇ? The words which are used in the place of noun। ਜੋ ਸ਼ਬਦ noun ਦੀ ਜਗ੍ਹਾ ਲੈਂਦੇ ਨੇ, ਸੰਗਿਆ ਦੀ ਜਗ੍ਹਾ ਲੈਂਦੇ ਨੇ, ਉਹਨੂੰ ਸਰਵਨਾਮ ਕਹਿੰਦੇ ਨੇ। He gave dash a beautiful gift। I really like it। I मतलब कि gift ਮੈਨੂੰ ਮਿਲਿਆ ਹੈ ਤੇ he gave me a beautiful gift। Option A। You are the principal of your school। ਤੁਸੀਂ ਆਪਣੇ ਸਕੂਲ ਦੇ principal ਹੋ। Your school is going to hold a science exhibition on the 15th of next month। ਤੁਹਾਡੇ ਸਕੂਲ ਦੇ ਵਿੱਚ ਅਗਲੇ ਮਹੀਨੇ ਦੀ 15 ਤਾਰੀਖ ਨੂੰ ਸਾਇੰਸ ਦਾ exhibition ਹੈ। It is mandatory for all the students to participate and make a science project। ਇਹ ਹਰ ਸਟੂਡੈਂਟ ਲਈ ਕੰਪਲਸਰੀ ਹੈ ਕਿ ਉਹ ਪਾਰਟਿਸਿਪੇਟ ਕਰੇ ਤੇ ਇੱਕ ਸਾਇੰਸ ਪ੍ਰੋਜੈਕਟ ਬਣਾਵੇ। ਆਨਸਰ ਦ ਕੁਐਸਚਨਸ ਅਕੋਰਡਿੰਗ ਟੂ ਦ ਨੋਟਿਸ ਯੂ ਵੁੱਡ ਪੁੱਟ ਅਪ ਔਨ ਦੀ ਨੋਟਿਸ ਬੋਰਡ। ਹੁਣ ਤੁਸੀਂ ਥੱਲੇ ਕੁਐਸਚਨਸ ਦਿੱਤੇ ਹੋਏ ਨੇ, ਉਸ ਦੇ ਅਕੋਰਡਿੰਗ ਆਨਸਰ ਕਰਨੇ ਨੇ ਕਿ ਜੇ ਤੁਸੀਂ ਅੱਜ ਦੀ ਡੇਟ 'ਚ ਉਹ ਨੋਟਿਸ ਲਾ ਕੇ ਬੋਰਡ ਤੇ ਲਾਓਗੇ ਤੇ ਕੀ ਕੀ ਚੀਜ਼ਾਂ ਐਡ ਕਰੋਗੇ ਜਾਂ ਕੀ ਨਹੀਂ ਕਰੋਗੇ, ਉਹਦੇ ਰਿਲੇਟਡ ਥੱਲੇ ਕੁਐਸਚਨਸ ਬਣਾ ਕੇ ਪੁੱਛੇ ਗਏ ਨੇ। What would you write in the notice? ਹੁਣ ਇਹਨਾਂ ਚਾਰ ਲਾਈਨਾਂ ਵਿੱਚੋਂ ਤੁਸੀਂ ਕਿਹੜੀ ਲਾਈਨ ਇਨਕਲੂਡ ਕਰੋਗੇ ਆਪਣੇ ਨੋਟਿਸ ਦੇ ਵਿੱਚ? Option B it is compulsory for all the students to participate। ਕਿ ਹਰ ਸਟੂਡੈਂਟ ਲਈ ਪਾਰਟਿਸਿਪੇਟ ਕਰਨਾ ਕੰਪਲਸਰੀ ਹੈ। ਇਨ ਚਾਰਾਂ ਵਿੱਚੋਂ ਇਹੀ ਲਾਈਨ ਹੈ ਜੋ ਬਣਦੀ ਹੈ, ਬਾਕੀ wrong ਹੈ। ਇਹਦੇ ਅਕੋਰਡਿੰਗਲੀ ਉਹ ਮੈਚ ਨਹੀਂ ਕਰ ਰਹੀ ਹੈ। ਠੀਕ ਹੈ। ਨੈਕਸਟ What would you write in the end? ਹੁਣ ਨੋਟਿਸ ਲਿਖਣ ਤੋਂ ਬਾਅਦ ਐਂਡ ਵਿੱਚ ਤੁਸੀਂ ਕੀ ਲਿਖੋਗੇ? ਤੁਸੀਂ ਪ੍ਰਿੰਸੀਪਲ ਹੋ, ਤੁਸੀਂ ਆਪਣਾ ਸਿਰਫ ਸਿਗਨੇਚਰ ਕਰੋਗੇ ਤੇ ਡੈਜ਼ਿਗਨੇਸ਼ਨ ਲਿਖੋਗੇ। ਤੁਸੀਂ ਜੋ ਵੀ ਆਨਸਰ ਦੇਣਾ ਹੈ ਪ੍ਰਿੰਸੀਪਲ ਸੋਚ ਕੇ ਦੇਣਾ ਹੈ ਖੁਦ ਨੂੰ। Option A your signature and designation।
ਸਕੂਲ ਨੇਮ ਲਿਖਣ ਦੀ ਲੋੜ ਨਹੀਂ ਹੈ ਬਿਕੋਜ਼ ਤੁਸੀਂ ਆਪਣੇ ਸਕੂਲ ਦੇ ਨੋਟਿਸ ਬੋਰਡ ਤੇ ਹੀ ਲਾ ਰਹੇ ਹੋ, so it's not mandatory. Which of these lines can be included in a paragraph a journey by bus? ਹੁਣ ਜੇ ਤੁਸੀਂ ਇੱਕ ਪੈਰਾਗ੍ਰਾਫ ਲਿਖ ਰਹੇ ਹੋ ਜਿਹਦੀ ਹੈਡਿੰਗ ਹੈ a journey by bus, ਬੱਸ ਦਾ ਸਫ਼ਰ, ਉਹਦੇ ਵਿੱਚ ਇਨ ਚਾਰਾਂ ਆਪਸ਼ਨ ਵਿੱਚੋਂ ਕਿਹੜੀ ਲਾਈਨ ਤੁਸੀਂ ਇਨਕਲੂਡ ਕਰ ਸਕਦੇ ਹੋ? ਦਿਸ ਮੀਨਸ 3 ਆਪਸ਼ਨ ਰੋਂਗ ਨੇ ਤੇ ਇੱਕ ਹੀ ਕਰੈਕਟ ਹੈ। ਕਰੈਕਟ ਆਨਸਰ ਹੈ ਆਪਸ਼ਨ ਬੀ, I got a comfortable seat by the window, ਬਾਕੀ 3 ਰੋਂਗ ਹੈ। ਬੱਸ ਦੇ ਸਫ਼ਰ ਵਿੱਚ ਉਹ ਇਨਕਲੂਡ ਨਹੀਂ ਕੀਤੀ ਜਾ ਸਕਦੀ। You have to write an application to the principal of your school asking him or her to grant you a full fee concession. Full fee concession मतलब कि फीस माफ कर ਦਿੱਤੀ ਜਾਵੇ ਪੂਰੀ ਦੀ ਪੂਰੀ। ਪ੍ਰਿੰਸੀਪਲ ਨੂੰ ਤੁਸੀਂ ਇੱਕ ਲੈਟਰ ਲਿਖਣੀ ਹੈ। Answer the questions accordingly. ਹੁਣ ਤੁਸੀਂ ਇਹ questions ਜੋ ਹੈ ਉਹਦੇ ਅਕੋਰਡਿੰਗ ਆਨਸਰ ਕਰਨੇ ਨੇ। What would you include in the application? ਤੁਸੀਂ ਇਨ ਚਾਰਾਂ ਆਪਸ਼ਨ ਵਿੱਚੋਂ ਕਿਹੜੀ ਲਾਈਨ ਇਨਕਲੂਡ ਕਰੋਗੇ? ਆਪਸ਼ਨ ਬੀ ਤੁਹਾਡਾ ਆਨਸਰ ਹੈ financial condition of your family. Last is how would you conclude or end the application? ਤੁਸੀਂ application ਦੀ end ਵਿੱਚ ਕੀ ਲਿਖੋਗੇ? ਬਹੁਤ ਈਜ਼ੀ ਹੈ। ਆਪਸ਼ਨ ਸੀ yours obediently, ਹਮੇਸ਼ਾ ਹੀ ਜਦੋਂ ਪ੍ਰਿੰਸੀਪਲ ਨੂੰ ਲੈਟਰ ਲਿਖੀ ਜਾਂਦੀ ਹੈ ਤੁਸੀਂ yours obediently ਹੀ ਲਿਖਦੇ ਹੋ। And with this today's sample paper is solved. I hope ਤੁਹਾਡੇ ਲਈ ਵੀਡੀਓ ਯੂਸਫੁਲ ਰਹੀ ਹੋਏਗੀ। ਜੇ ਰਹੀ ਹੈ ਤਾਂ ਇਹਨੂੰ ਲਾਈਕ, ਸ਼ੇਅਰ ਤੇ ਮੇਰੇ ਚੈਨਲ ਸੁਖਸ਼ਮ ਮੈਮ ਦੀ ਕਲਾਸਿਸ ਨੂੰ ਸਬਸਕ੍ਰਾਈਬ ਕਰ ਦਿਓ।